ਭਾਉ ਏਕ, ਜਾ ਕਉ ਨਦਰ ਕਰੇ। ਸਭ ਰਸ ਮਿੱਠੇ ਮੰਨਿਆ, ਸੁਣਿਆ ਸਾਲੋਣੇ। ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਸਤੀਹ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨਾ ਬੰਧੂ ਭਗਤ ਵਸ਼ਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਆਪ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਦੇ ਪਾਠ ਅਤੇ ਆਸਾ ਦੀ ਵਾਰ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਨਿਤਾ ਪ੍ਰਤੀ ਦੀ ਮਰਿਆਦਾ ਅਨੁਸਾਰ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ ਜੀ। ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਸਿੱਖ ਨੂੰ ਖਾਣ ਪੀਣ ਦਾ ਸੰਜਮ, ਪਹਿਨਣ ਦਾ ਅਤੇ ਇਸੇ ਪ੍ਰਕਾਰ ਅਸਵਾਰੀ ਕਰਨ ਦਾ ਇਤਿਆਦਿਕ ਦੁਨੀਆ ਵਿੱਚ ਵਿਚਰਨ ਵਾਸਤੇ ਹਰ ਇੱਕ ਸੰਜਮ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਹੈ। ਗੁਰਬਾਣੀ ਦੇ ਵਿੱਚ ਜਿੱਥੇ ਅਧਿਆਤਮਿਕ ਜੀਵਨ ਜਾਚ ਗੁਰਸਿੱਖ ਨੂੰ ਦੱਸੀ ਹੈ, ਉੱਥੇ ਦੁਨਿਆਵੀ ਜੀਵਨ ਜਾਚ ਵੀ ਦੱਸੀ ਹੈ। ਕਿਉਂਕਿ ਗੁਰੂ ਸਾਹਿਬ ਦੇ ਮੁਤਾਬਿਕ ਇਹ ਸਰੀਰ ਪਰਮਾਤਮਾ ਦੀ ਦਿੱਤੀ ਵਡਮੁੱਲੀ ਦਾਤ ਹੈ। ਜੇ ਅਸੀਂ ਇਸ ਦਾਤ ਦੇ ਨਾਲ ਖਿਲਵਾੜ ਕਰਾਂਗੇ ਤੇ ਪਰਮਾਤਮਾ ਦੇ ਤੋਹਫੇ ਦੀ ਬੇਕਦਰੀ ਹੋਵੇਗੀ। ਜਿਵੇਂ ਯੋਗੀ ਜਾਂ ਮੁਨੀ ਜਨ ਜਿਹੜੇ ਹੱਠ ਯੋਗ ਕਰਨ ਵਾਲੇ ਸੀ, ਉਹ ਸਰੀਰ ਦਾ ਸਤਿਆਨਾਸ਼ ਕਰ ਲੈਂਦੇ ਸਨ। ਭੋਜਨ ਦਾ ਤਿਆਗ ਕਰਕੇ ਸਰੀਰ ਨੂੰ ਕਮਜ਼ੋਰ ਕਰ ਲੈਣਾ, ਫਿਰ ਇਹਦੇ ਨਾਲ ਸਰੀਰ ਇੰਨਾ ਕੁ ਜ਼ਿਆਦਾ ਨਿਰਬਲ ਅਤੇ ਖੀਣ ਹੋ ਜਾਣਾ ਕਿ ਮਹਾਰਾਜ ਕਹਿੰਦੇ ਬਰਫ਼ ਦੇ ਵਿੱਚ ਆਪਣੇ ਸਰੀਰ ਨੂੰ ਗਾਲ ਲੈਂਦੇ ਸੀ। ਤਨ ਹੈ ਮੰਚਲ ਗਾਲੀਐ, ਭੀ ਮਨ ਤੇ ਰੋਗ ਨਾ ਜਾਏ। ਗਰੀਬ ਨਿਵਾਜ ਕਹਿੰਦੇ ਨੇ, ਬੇਸ਼ੱਕ ਬੰਦਾ ਆਪਣੇ ਸਰੀਰ ਨੂੰ ਬਰਫ਼ ਦੀਆਂ ਪਹਾੜੀਆਂ ਵਿੱਚ ਰੱਖ ਕੇ ਗਾਲ ਲਵੇ, ਪਰੰਤੂ ਫਿਰ ਵੀ ਮਨ ਵਿੱਚੋਂ ਵਿਸ਼ੇ ਵਾਸ਼ਨਾਵਾਂ ਤੇ ਵਿਕਾਰਾਂ ਦਾ ਰੋਗ ਨਹੀਂ ਮੁੱਕ ਸਕਦਾ। ਜਿਹੜੇ ਯੋਗੀ ਹੱਠ ਯੋਗ ਕਰਨ ਵਾਲੇ ਸਰੀਰ ਦਾ ਸਤਿਆਨਾਸ਼ ਕਰ ਲੈਂਦੇ ਸੀ, ਉਹਨਾਂ ਨੂੰ ਗੁਰਦੇਵ ਨੇ ਇਹ ਉਪਦੇਸ਼ ਬਖਸ਼ਿਆ ਕਿ ਭਾਈ, ਭੋਜਨ ਦਾ ਤਿਆਗ ਕਰਕੇ ਸਰੀਰ ਨੂੰ ਨਿਰਬਲ ਕਰਨ ਦੇ ਨਾਲ ਕਦੇ ਕੋਈ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਿਆ। ਇਹ ਪਰਮੇਸ਼ਰ ਦੀ ਜਿੰਨੀ ਲੋੜ ਹੈ ਇਸ ਸਰੀਰ ਨੂੰ ਭੋਜਨ ਦਿੱਤਾ ਜਾਵੇ, ਜਿੰਨੀ ਜ਼ਰੂਰਤ ਹੈ ਇਸ ਨੂੰ ਨੀਂਦ ਚਾਹੀਦੀ ਹੈ, ਜ਼ਰੂਰਤ ਹੈ ਤੇ ਇਸ ਨੂੰ ਕੱਪੜਾ ਚਾਹੀਦਾ ਹੈ। ਇਸ ਸਰੀਰ ਨੂੰ ਜੀਵਨ ਬਸਰ ਕਰਨ ਵਾਸਤੇ ਮਕਾਨ ਦੀ ਵੀ ਲੋੜ ਹੈ। ਕਿਉਂਕਿ ਕਈ ਸਾਧੂ ਤਪਸਵੀ ਆਪਣਾ ਘਰ-ਬਾਰ ਤਿਆਗ ਦਿੰਦੇ ਸੀ ਕਿ ਆਕਾਸ਼ ਅਸਮਾਨ ਹੀ ਸਾਡੀ ਛੱਤ ਹੈ, ਹੋਰ ਕਿਸੇ ਛੱਤ ਦੇ ਥੱਲੇ ਅਸੀਂ ਨਹੀਂ ਸੌਂਦੇ। ਮਹਾਰਾਜ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਰਮ ਕਾਂਡਾਂ ਦਾ ਪੁਰਜ਼ੋਰ ਖੰਡਨ ਕੀਤਾ
ਤੇ ਖੰਡਨ ਕਰਨ ਦੇ ਨਾਲ ਗੁਰੂ ਸਾਹਿਬ ਨੇ ਸਿੱਖ ਨੂੰ ਪੁਰਜ਼ੋਰ ਅਪੀਲ ਇਹ ਵੀ ਕੀਤੀ ਕਿ ਕਿਤੇ ਖਾਣ ਪੀਣ ਦੇ ਵਿੱਚ, ਸੁੰਦਰ ਬਸਤਰ ਪਾਉਣ ਦੇ ਵਿੱਚ ਸਾਡਾ ਸਿੱਖ ਗਲਤਾਨ ਵੀ ਨਾ ਹੋ ਜਾਵੇ। ਸੋਹਣੀਆਂ ਸੇਜਾਂ ਤੇ ਸੌਣ ਦਾ ਆਦੀ ਨਾ ਹੋ ਜਾਵੇ। ਸੋਹਣੀਆਂ ਅਸਵਾਰੀਆਂ ਦੇ ਉੱਪਰ ਸਫ਼ਰ ਕਰਨ ਦਾ ਆਦੀ ਨਾ ਹੋ ਜਾਏ। ਕਿਤੇ ਮਖਮਲੀ ਸੇਜਾਂ ਤੇ ਸੌਣ ਦਾ ਇੰਨਾ ਜ਼ਿਆਦਾ ਇਸ ਨੂੰ ਸੁਭਾਅ ਬਣ ਜਾਵੇ ਕਿ ਕੱਲ ਨੂੰ ਕੰਡਿਆਂ ਦੀ ਸੇਜ ਤੇ ਸੌਣਾ ਔਖਾ ਹੋ ਜਾਏ। ਭਾਵ ਕਿ ਗੁਰੂ ਸਾਹਿਬ ਨੇ ਉਹਨਾਂ ਯੋਗੀਆਂ ਦੇ ਹੱਠ ਯੋਗ ਦਾ ਵੀ ਪੁਰਜ਼ੋਰ ਖੰਡਨ ਕੀਤਾ ਹੈ, ਜਿਨ੍ਹਾਂ ਨੇ ਪਰਮਾਤਮਾ ਦੀ ਬਖਸ਼ੀ ਦਾਤ ਦੀ ਬੇਕਦਰੀ ਕੀਤੀ। ਕਿਉਂਕਿ ਗੁਰੂ ਸਾਹਿਬ ਨੇ ਇਹ ਉਦਾਹਰਨ ਦੇ ਕੇ ਸਮਝਾਇਆ ਕਿ ਭਾਈ, ਜਦੋਂ ਤੱਕ ਤੁਸੀਂ ਆਪਣੇ ਸਰੀਰ ਨੂੰ ਕੋਈ ਭੋਜਨ ਹੀ ਨਾ ਦਿਓਗੇ, ਉਦੋਂ ਤੱਕ ਤੇ ਕੁਦਰਤੀ ਤੌਰ ਤੇ ਮਨ ਵਿੱਚ ਕੋਈ ਵਿਕਾਰ ਆਵੇਗਾ ਹੀ ਨਹੀਂ। ਕਿਉਂਕਿ ਜਦੋਂ ਤੱਕ ਸਰੀਰ ਵਿੱਚ ਤਾਕਤ ਹੀ ਨਾ ਹੋਵੇਗੀ ਤੇ ਖੁਰਾਕ ਦਾ ਤਿਆਗ ਕਰਕੇ ਸਰੀਰ ਦੀ ਤਾਕਤ ਬਿਲਕੁਲ ਘਟਾ ਲਈ ਜਾਏਗੀ, ਫਿਰ ਤਾਂ ਕੁਦਰਤੀ ਹੈ ਕਿ ਮਨ ਵਿੱਚ ਕੋਈ ਵਿਕਾਰ ਨਹੀਂ ਆਏਗਾ। ਜਿੰਦਾ ਰਹਿਣ ਵਾਸਤੇ, ਸਰੀਰ ਦੀ ਸਲਾਮਤੀ ਵਾਸਤੇ ਭੋਜਨ ਛਕਣਾ ਜ਼ਰੂਰੀ ਹੈ, ਪਰ ਹੱਦੋਂ ਵੱਧ ਕੇ ਛਕਣਾ ਔਰ ਉਹ ਕੁਝ ਛਕਣਾ ਜਿਸ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ, ਉਹਦੇ ਤੋਂ ਵੀ ਗੁਰੂ ਸਾਹਿਬ ਨੇ ਵਰਜਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਪਵਿੱਤਰ ਸ਼ਬਦ ਦੇ ਅੰਦਰ ਸਮੁੱਚੇ ਗੁਰਸਿੱਖਾਂ ਨੂੰ ਖਾਣ ਪੀਣ ਦਾ ਬੰਦੇਜ, ਬਸਤਰ ਪਹਿਨਣ ਦਾ ਨਿਯਮ, ਘੋੜ ਸਵਾਰੀ ਕਰਨ ਦਾ ਨਿਯਮ ਤੇ ਇੰਜ ਕਹਿ ਲਓ ਕਿ ਸਮੁੱਚੀ ਜੀਵਨ ਜਾਚ ਗੁਰੂ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਦੱਸੀ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲੂਣੇ। ਸ੍ਰੀ ਰਾਗ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਹੈ। ਗਰੀਬ ਨਿਵਾਜ 12 ਸਾਲ ਬਾਅਦ ਨਨਕਾਣਾ ਸਾਹਿਬ ਦੀ ਧਰਤੀ ਤੇ ਵਾਪਸ ਪਹੁੰਚੇ ਤੇ ਨਗਰ ਤੋਂ ਬਾਰ-ਬਾਰ ਭਾਈ ਬਾਲੇ ਦੇ ਪਿਤਾ ਚੰਦਰਭਾਨ ਦੇ ਖੂਹ ਤੇ ਡੇਰਾ ਲਾ ਲਿਆ। ਮਰਦਾਨਾ ਪਿੰਡ ਵਿੱਚ ਪਹੁੰਚਿਆ ਤੇ ਮਾਤਾ ਤ੍ਰਿਪਤਾ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ। ਜਦ ਮਾਤਾ ਦੇ ਚਰਨਾਂ ਤੇ ਸੀਸ ਨਿਵਾਇਆ ਤੇ ਮਾਤਾ ਜੀ ਨੇ ਪੁੱਛ ਲਿਆ ਕਿ ਨਾਨਕ ਜੀ ਕਿੱਥੇ ਨੇ, ਕਿਉਂਕਿ ਮਾਤਾ ਤ੍ਰਿਪਤਾ ਨੂੰ ਪਤਾ ਸੀ ਕਿ ਇਹ ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਰਹਿੰਦਾ ਹੈ ਤੇ ਇਸ ਨੂੰ ਪਤਾ ਹੈ ਕਿ ਗੁਰੂ ਸਾਹਿਬ ਕਿੱਥੇ ਹੋਣਗੇ। ਭਾਈ ਮਰਦਾਨੇ ਨੇ ਅੱਗੋਂ ਟਾਲਾ ਕਰਨ ਵਾਸਤੇ ਆਖ ਦਿੱਤਾ ਕਿ ਮੈਂ ਤਾਂ ਆਖਰੀ ਵਾਰ ਉਹਨਾਂ ਨੂੰ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਿਲਿਆ ਸੀ। ਇੰਨੀ ਗੱਲ ਆਖ ਕੇ ਬੜੀ ਕਾਹਲੀ ਨਾਲ ਭਾਈ ਮਰਦਾਨਾ ਘਰੋਂ ਤੁਰਨ ਲੱਗਾ। ਮਾਤਾ ਤ੍ਰਿਪਤਾ ਨੂੰ ਪਤਾ ਲੱਗ ਗਿਆ ਕਿ ਜ਼ਰੂਰ ਗੁਰੂ ਸਾਹਿਬ ਕਿਤੇ ਨੇੜੇ ਤੇੜੇ ਹੋਣਗੇ, ਇਸੇ ਕਰਕੇ ਮਰਦਾਨਾ ਘਰ ਵਿੱਚ ਰੁਕਿਆ ਨਹੀਂ, ਛੇਤੀ ਨਾਲ ਗੁਰੂ ਸਾਹਿਬ ਨੂੰ ਜਾ ਕੇ ਮਿਲਣਾ ਚਾਹੁੰਦਾ ਹੈ। ਕਿਉਂਕਿ ਮਰਦਾਨੇ ਦਾ ਗੁਰੂ ਸਾਹਿਬ ਨਾਲ ਬੜਾ ਪ੍ਰੇਮ ਹੈ, ਸਤਿਗੁਰੂ ਤੋਂ ਬਗੈਰ ਇਹ ਨਹੀਂ ਰਹਿ ਸਕਦਾ। ਜਦ ਭਾਈ ਮਰਦਾਨਾ ਘਰੋਂ ਤੁਰਨ ਲੱਗਿਆ ਤੇ ਮਾਤਾ ਤ੍ਰਿਪਤਾ ਜੀ ਪਿੱਛੇ ਪਿੱਛੇ ਤੁਰ ਪਏ। ਖੱਟੇ ਮਿੱਠੇ ਕਸੈਲੇ ਸਲੂਣੇ ਤੇ ਚਰਪਰੇ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਉਹਨਾਂ ਦੀ ਗਠੜੀ ਆਪਣੇ ਸਿਰ ਦੇ ਉੱਪਰ ਰੱਖ ਲਈ ਹੈ ਤੇ ਨੌਕਰਾਂ ਨੂੰ ਬੜੇ ਸੋਹਣੇ ਸੁੰਦਰ ਬਸਤਰ ਦੇ ਕੇ ਆਖਿਆ ਕਿ ਮੇਰੇ ਨਾਲ ਨਾਲ ਚੱਲੇ ਆਓ।
ਜਦੋਂ ਮਾਤਾ ਤ੍ਰਿਪਤਾ ਜੀ ਘਰ ਵਿੱਚੋਂ ਤੁਰੇ ਤੇ ਪਿਤਾ ਬਾਬਾ ਮਹਿਤਾ ਕਾਲੂ ਜੀ ਵੀ ਘੋੜੀ ਤੇ ਸਵਾਰ ਹੋ ਕੇ ਪਿੱਛੇ ਪਿੱਛੇ ਤੁਰ ਪਏ। ਨਨਕਾਣਾ ਸਾਹਿਬ ਤੋਂ ਬਾਰ-ਬਾਰ ਬਾਬਾ ਚੰਦਰਭਾਨ ਦੇ ਖੂਹ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹਨ। ਆਪਣੀ ਮਾਤਾ ਨੂੰ ਦੂਰੋਂ ਤੁਰੇ ਆਉਂਦਿਆਂ ਵੇਖ ਕੇ ਗੁਰੂ ਸਾਹਿਬ ਸਤਿਕਾਰ ਦੇ ਵਿੱਚ ਉੱਠ ਕੇ ਖੜੇ ਹੋ ਗਏ। ਚਰਨਾਂ ਤੇ ਸੀਸ ਨਿਵਾਇਆ। ਮਾਂ ਨੇ ਬੜਾ ਲਾਡ ਪਿਆਰ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਸਤਿਕਾਰ ਆਦਰ ਸਨਮਾਨ ਦੇ ਨਾਲ ਆਪਣੇ ਕੋਲ ਬਿਠਾਇਆ। ਮਾਤਾ ਤ੍ਰਿਪਤਾ ਜੀ ਨੇ ਸੁੱਖ ਸਾਂਦ ਪੁੱਛਣ ਤੋਂ ਬਾਅਦ ਆਖਿਆ, ਬੇਟਾ ਮੇਰੀ ਇੱਛਾ ਹੈ ਕਿ ਤੂੰ ਘਰ ਵਿੱਚ ਰਿਹਾ ਕਰ। ਦੇਖ ਤੇਰੇ ਖਾਣ ਵਾਸਤੇ ਮੈਂ ਕਿੰਨੇ ਸਵਾਦਲੇ ਪਦਾਰਥ ਤਿਆਰ ਕਰਕੇ ਲਿਆਈ ਹਾਂ। ਜੇ ਤੂੰ ਮੇਰੀ ਗੱਲ ਮੰਨ ਕੇ ਹਮੇਸ਼ਾ ਘਰ ਵਿੱਚ ਰਹਿਣ ਲੱਗ ਪਵੇਂ ਤੇ ਹਰ ਰੋਜ਼ ਤੈਨੂੰ ਇਸੇ ਤਰ੍ਹਾਂ ਹੀ ਮਿੱਠੇ ਖੱਟੇ ਸਲੂਣੇ ਚਰਪਰੇ ਕਸੈਲੇ ਸਵਾਦਲੇ ਭੋਜਨ ਬਣਾ ਕੇ ਦਿਆ ਕਰਾਂਗੀ। ਕਿਉਂਕਿ ਮਾਂ ਸ਼ਾਇਦ ਇੰਜ ਸੋਚਦੀ ਸੀ ਕਿ ਪੁੱਤ ਨੂੰ ਸਵਾਦਲੇ ਪਦਾਰਥਾਂ ਦਾ ਲਾਲਚ ਦੇ ਕੇ ਮੈਂ ਘਰ ਵਿੱਚ ਰੱਖਣ ਦੀ ਆਦਤ ਪਾ ਸਕਦੀ ਹਾਂ। ਕਿਉਂਕਿ ਰਸਨਾ ਦੇ ਰਸਾਂ ਵਿੱਚ ਕੌਣ ਨਹੀਂ ਲੁਭਾਏਮਾਨ ਹੁੰਦਾ। ਰਸਨਾ ਦੇ ਰਸ ਇੰਨੇ ਜ਼ਿਆਦਾ ਪ੍ਰਬਲ ਨੇ। ਮਹਾਰਾਜ ਬਾਣੀ ਦੇ ਅੰਦਰ ਫਰਮਾਉਂਦੇ ਹਨ ਕਿ ਰਸਨਾ ਦੇ ਰਸਾਂ ਕਰਕੇ ਹਰ ਇੱਕ ਬੰਦਾ ਬੜਾ ਜ਼ਿਆਦਾ ਪ੍ਰਭਾਵਿਤ ਹੈ। ਵੱਧ ਤੋਂ ਵੱਧ ਰਸ ਮਾਣਨ ਦੀ ਇੱਛਾ ਹੈ। ਤੇ ਮਾਤਾ ਤ੍ਰਿਪਤਾ ਨੇ ਉਸੇ ਹੀ ਸੁਭਾਅ ਮੁਤਾਬਕ ਕਿ ਖਾਣ ਪੀਣ ਦਾ ਲਾਲਚ ਦੇ ਕੇ ਘਰ ਵਿੱਚ ਰੱਖ ਲਵਾਂ ਤੇ ਇਹ ਕਿਹਾ ਕਿ ਤੇਰੇ ਵਾਸਤੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ, ਬੇਟਾ ਤੂੰ ਛਕ ਤੇ ਹਮੇਸ਼ਾ ਘਰ ਵਿੱਚ ਰਹਿ ਕੇ ਛਕਿਆ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮਾਤਾ ਜੀ ਮੈਂ ਤੇ ਹਮੇਸ਼ਾ ਹੀ 36 ਪ੍ਰਕਾਰ ਦੇ ਭੋਜਨਾਂ ਦਾ ਰਸ ਮਾਣਦਾ ਹਾਂ। ਤੇ ਮਾਤਾ ਅੱਗੋਂ ਸੋਚੀ ਪੈ ਗਈ। ਸੋਚ ਵਿਚਾਰ ਕਰਕੇ ਅੱਗੋਂ ਆਖਦੀ ਹੈ, ਬੇਟਾ ਮੈਨੂੰ ਮਰਦਾਨੇ ਨੇ ਦੱਸਿਆ ਹੈ ਕਿ ਤੁਹਾਨੂੰ ਕਈ ਦਿਨ ਭੁੱਖੇ ਵੀ ਰਹਿਣਾ ਪੈਂਦਾ ਹੈ। ਮਰਦਾਨੇ ਨੇ ਦੱਸਿਆ ਸੀ, ਮਾਤਾ ਕਈ ਵਾਰ 4-4 ਦਿਨ ਜੰਗਲਾਂ ਦੇ ਵਿੱਚ ਰਾਤਾਂ ਗੁਜ਼ਾਰਦੇ ਹਾਂ ਤੇ 4-4 ਦਿਨ ਭੁੱਖੇ ਰਹਿੰਦੇ ਹਾਂ। ਫਿਰ ਸਾਗ ਪੱਤਰ ਖਾ ਕੇ ਆਪਣਾ ਢਿੱਡ ਭਰੀਦਾ ਹੈ। ਹੋਰ ਕੋਈ ਸਵਾਦਲੇ ਆਨੰਦਮਈ ਪਦਾਰਥ ਨਹੀਂ ਮਿਲਦੇ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਮਾਤਮਾ ਦੇ ਘਰੋਂ ਬਖਸ਼ਿਸ਼ ਪ੍ਰਾਪਤ ਕੀਤੀ। ਜਦੋਂ ਸੁਲਤਾਨਪੁਰ ਸਾਹਿਬ ਵੇਈਂ ਦੇ ਵਿੱਚ ਪ੍ਰਵੇਸ਼ ਕਰਕੇ ਸੱਚਖੰਡ ਗਏ, ਉੱਥੇ ਅਕਾਲ ਪੁਰਖ ਨੇ ਅੰਮ੍ਰਿਤ ਨਾਮ ਦਾ ਪਿਆਲਾ ਪਿਆਇਆ ਤੇ ਹੁਕਮ ਕੀਤਾ ਕਿ ਜਿਹੜਾ ਅੰਮ੍ਰਿਤ ਨਾਮ ਤੁਸੀਂ ਛਕਿਆ ਹੈ, ਜਾਓ ਦੁਨੀਆ ਦੇ ਲੋਕਾਂ ਨੂੰ ਛਕਾਓ। ਤੇ ਅਕਾਲ ਪੁਰਖ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਇਹ ਬਚਨ ਕੀਤਾ ਸੀ ਕਿ ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ, ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ, ਇਹ ਬਖਸ਼ਿਸ਼ ਪ੍ਰਾਪਤ ਕਰਨ ਤੋਂ ਬਾਅਦ ਦੁਨੀਆ ਦੇ ਭਲੇ ਦੀ ਖਾਤਰ ਗੁਰੂ ਨਾਨਕ ਸਾਹਿਬ ਨੇ ਘਾਲਣਾ ਕਮਾਈ ਸ਼ੁਰੂ ਕਰ ਦਿੱਤੀ। ਇੱਕ ਘਾਲ ਕਮਾਈ ਉਹ ਗੁਰਮੁਖ ਪਿਆਰਾ ਕਰਦਾ ਹੈ ਜਿਹੜਾ ਰੱਬ ਨੂੰ ਮਿਲਣ ਦਾ ਇੱਛੁਕ ਹੋਵੇ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਵੀ ਘਾਲਣਾ ਕਮਾਈ ਕੀਤੀ ਜਾਂਦੀ ਹੈ।
ਪਰੰਤੂ ਜਿਹੜੀ ਘਾਲਣਾ ਕਮਾਈ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਉਹ ਰੱਬ ਦੀ ਪ੍ਰਾਪਤੀ ਵਾਸਤੇ ਨਹੀਂ, ਸਗੋਂ ਤਪਦੀ ਹੋਈ ਧਰਤੀ ਦੇ ਲੋਕਾਂ ਦੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਕੀਤੀ ਹੈ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਬਖਸ਼ਿਸ਼ ਪਹਿਲਾਂ ਤੇ ਘਾਲਣਾ ਕਮਾਈ ਦਾ ਦੌਰ ਬਾਅਦ ਵਿੱਚ ਸ਼ੁਰੂ ਹੁੰਦਾ ਹੈ। ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਭਾਈ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਖਾਣ ਵਾਸਤੇ ਕੋਈ ਸਵਾਦਲੇ ਭੋਜਨ ਨਹੀਂ ਸੀ ਪ੍ਰਾਪਤ ਹੁੰਦੇ। ਰੇਤ ਅਕ ਆਹਾਰ ਕਰ, ਅੱਕਾਂ ਦੀਆਂ ਖੱਖੜੀਆਂ ਨੂੰ ਆਪਣਾ ਆਹਾਰ ਭੋਜਨ ਬਣਾਇਆ ਤੇ ਰੋੜਾਂ ਕੀ ਗੁਰ ਕਰੀ ਵਿਛਾਈ। ਮਖਮਲੀ ਗਦੈਲੇ ਤੇ ਬਿਸਤਰਿਆਂ ਤੇ ਸੌਣਾ ਨਸੀਬ ਨਹੀਂ ਸੀ ਹੁੰਦਾ, ਰੋੜਾਂ ਦੇ ਉੱਪਰ, ਪੱਥਰਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਆਰਾਮ ਕਰਦੇ ਰਹੇ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਿ ਸਿਉ ਬਣ ਆਈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਮਹਾਰਾਜ ਧਰਤੀ ਨੂੰ, ਲੁਕਾਈ ਨੂੰ ਸੋਧਣ ਵਾਸਤੇ, ਭਾਵ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਮਹਾਰਾਜ ਨੇ ਇਹ ਘਾਲ ਕਮਾਈ ਕੀਤੀ ਹੈ। ਭਾਈ ਮਰਦਾਨੇ ਨੇ ਦੱਸਿਆ, ਮਾਤਾ ਜੀ 4-4 ਦਿਨ ਜੰਗਲਾਂ ਦੇ ਵਿੱਚ ਭੁੱਖੇ ਰਹਿ ਕੇ ਰਾਤਾਂ ਕੱਟਦੇ ਹਾਂ। ਕਈ ਲੋਕ ਇੰਨੇ ਬਦ ਬਖਤ ਟੱਕਰ ਜਾਂਦੇ ਨੇ ਜਿਹੜੇ ਪਿੰਡ ਵਿੱਚ ਵੜਿਆਂ ਨੂੰ ਸਾਨੂੰ ਪੱਥਰ ਮਾਰਦੇ ਨੇ। ਬੜੀਆਂ ਮੁਸ਼ਕਲਾਂ ਵੇਖੀਆਂ ਨੇ, ਬੜੀਆਂ ਰਾਤਾਂ ਜਾਗਿਆ ਹਾਂ, ਬੜੇ ਔਖੇ ਵਿਖੜੇ ਪੈਂਡਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਤੁਰਿਆ ਹਾਂ। ਮਾਤਾ ਜੀ ਨੇ ਆਖਿਆ, ਬੇਟਾ ਮੈਨੂੰ ਮਰਦਾਨੇ ਨੇ ਦੱਸਿਆ ਹੈ ਕਿ ਖਾਣ ਵਾਸਤੇ ਭੋਜਨ ਤਾਂ ਕੀ, ਸਗੋਂ ਅੱਕਾਂ ਦੀਆਂ ਖੱਖੜੀਆਂ ਖਾ ਕੇ ਗੁਜ਼ਾਰਾ ਕਰੀਦਾ ਹੈ। ਪਰ ਤੁਸੀਂ ਆਖਦੇ ਹੋ ਕਿ ਮੈਨੂੰ 36 ਪ੍ਰਕਾਰ ਦੇ ਪਦਾਰਥ ਖਾਣ ਵਾਸਤੇ ਮਿਲਦੇ ਨੇ। ਇਸ ਕਰਕੇ ਜਾਂ ਤੇ ਮਰਦਾਨਾ ਝੂਠ ਬੋਲਦਾ ਹੈ ਤੇ ਜਾਂ ਤੁਸੀਂ ਝੂਠ ਬੋਲਦੇ ਹੋ। ਤੇ ਮਰਦਾਨਾ ਵੀ ਆਪਣੇ ਕੋਲ ਹੀ ਬੈਠਾ ਹੈ। ਤੁਸੀਂ ਦੋਵੇਂ ਆਪਸ ਵਿੱਚ ਸਲਾਹ ਕਰਕੇ ਮੈਨੂੰ ਸੱਚੀ ਗੱਲ ਦੱਸ ਦਿਓ। ਜਾਂ ਤੇ ਮਰਦਾਨੇ ਦੀ ਗੱਲ ਝੂਠੀ ਹੈ ਜਾਂ ਤੁਹਾਡੀ ਝੂਠੀ ਹੈ, ਦੋਵੇਂ ਤੇ ਸੱਚ ਨਹੀਂ ਹੋ ਸਕਦੀਆਂ। ਉਹ ਆਖਦਾ ਕਿ 4-4 ਦਿਨ ਭੁੱਖਿਆਂ ਰਹਿਣਾ ਪੈਂਦਾ। ਤੁਸੀਂ ਆਖਦੇ ਹੋ ਕਿ ਸਾਨੂੰ ਖਾਣ ਵਾਸਤੇ 36 ਪ੍ਰਕਾਰ ਦੇ ਭੋਜਨਾਂ ਦਾ ਰਸ ਮਿਲਦਾ ਹੈ। ਦੱਸੋ ਤੁਹਾਡੇ ਵਿੱਚੋਂ ਝੂਠ ਕੌਣ ਬੋਲ ਰਿਹਾ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮਾਤਾ ਜੀ ਨਾ ਤੇ ਮਰਦਾਨਾ ਝੂਠ ਬੋਲਦਾ ਹੈ ਤੇ ਨਾ ਮੈਂ ਝੂਠ ਬੋਲਦਾ ਹਾਂ। ਮਾਤਾ ਜੀ ਮੁਸਕਰਾ ਕੇ ਪੁੱਛਦੇ ਨੇ, ਫਿਰ ਗੱਲ ਦਾ ਨਿਰਣਾ ਕਰਕੇ ਸਮਝਾਓ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰਣੇ ਪੂਰਵਕ ਸਮਝਾਉਂਦੇ ਹਨ। ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲੂਣੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨਾ, ਇਹਦੇ ਵਿੱਚੋਂ ਸਾਨੂੰ ਮਿਠਾਸ ਦਾ ਰਸ ਆਉਂਦਾ ਹੈ। ਖੰਡ ਖਾਦਿਆਂ, ਦੁੱਧ ਪੀਤਿਆਂ, ਸ਼ਹਿਦ ਖਾਣ ਨਾਲ, ਗੁੜ ਖਾਣ ਨਾਲ ਸਾਨੂੰ ਕੋਈ ਵੀ ਮਿੱਠੇ ਦਾ ਸਵਾਦ ਨਹੀਂ ਆਉਂਦਾ। ਨਾਮ ਨੂੰ ਮੰਨਣ ਵਿੱਚ ਮਿੱਠੇ ਦਾ ਸਵਾਦ ਹੈ। ਮਿੱਠਾ ਸਵਾਦ ਸਾਡੇ ਅੰਦਰ ਨੂੰ ਪ੍ਰਭਾਵਿਤ ਨਹੀਂ ਕਰਦਾ। ਜਿਵੇਂ ਭਗਤ ਫਰੀਦ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰਬ ਨਾ ਪੁੱਜਣ ਤੁਧ। ਫਰੀਦ ਸਾਹਿਬ ਜੀ ਕਹਿੰਦੇ ਨੇ, ਬੇਸ਼ੱਕ ਪਰਮੇਸ਼ਰ ਦੀਆਂ ਬਣਾਈਆਂ ਇਹ ਵਸਤੂਆਂ ਬਹੁਤ ਮਿੱਠੀਆਂ ਹਨ। ਜੋ ਮੱਖੀਆਂ ਦਾ ਚੋਇਆ ਮਖਿਆਲ ਸ਼ਹਿਦ ਹੈ, ਉਹ ਵੀ ਬੜਾ ਮਿੱਠਾ ਹੈ। ਬੇਸ਼ੱਕ ਇਹਨਾਂ ਰਸਾਂ ਦੇ ਵਿੱਚ ਹਰ ਬੰਦਾ ਬੜਾ ਗਲਤਾਨ ਹੈ, ਪਰੰਤੂ ਪ੍ਰਮਾਤਮਾ ਦੇ ਨਾਮ ਦੇ ਤੁੱਲ ਇਹ ਰਸ ਸਾਰੇ ਹੀ ਫਿੱਕੇ ਨੇ। ਜਿਤਨੇ ਰਸ ਅਨਰਸ ਤੈਂ ਚਾਖੇ, ਸਭ ਤਿਤਨੇ ਫੀਕ ਫੀਕਾਨੇ। ਸਾਹਿਬ ਕਹਿੰਦੇ ਨੇ ਇਹ ਸਾਰੇ ਰਸ ਫਿੱਕੇ ਹਨ।
ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਜਿੱਥੇ ਪ੍ਰਮਾਤਮਾ ਦੇ ਨਾਮ ਦਾ ਰਸ ਹੈ ਉੱਥੇ ਇਹ ਸਾਰੀਆਂ ਵਸਤੂਆਂ ਕਦਾਚਿਤ ਵੀ ਨਹੀਂ ਪਹੁੰਚ ਸਕਦੀਆਂ। ਇਸ ਲਈ ਮਹਾਰਾਜ ਕਹਿੰਦੇ ਸਭ ਰਸ ਮਿੱਠੇ ਮੰਨਿਆ। ਨਾਮ ਦਾ ਮੰਨਣ ਕਰਨ ਵਿੱਚ ਹੀ ਸਾਨੂੰ ਸਾਰੀ ਮਿਠਾਸ, ਦੁਨੀਆ ਭਰ ਦੀ ਮਿਠਾਸ ਦਾ ਰਸ ਆਉਂਦਾ ਹੈ। ਤੇ ਸੁਣਿਐ ਸਾਲੂਣੇ, ਸਲੂਣਾ ਰਸ 6 ਪ੍ਰਕਾਰ ਦੇ ਰਸ ਨੇ। ਮਿੱਠਾ, ਕੌੜਾ, ਖੱਟਾ, ਚਰਪਰਾ, ਸਲੂਣਾ ਤੇ ਕਸੈਲਾ। ਤੇ ਇਹਨਾਂ 6 ਪ੍ਰਕਾਰ ਦੇ ਰਸਾਂ ਦੇ ਅੱਗੇ 6 ਭਾਗ ਕੀਤੇ ਜਾਂਦੇ ਨੇ। ਉਹਨਾਂ 6 ਭਾਗਾਂ ਤੋਂ 36 ਰਸ ਬਣਦੇ ਹਨ। ਤੇ ਮਹਾਰਾਜ ਕਹਿੰਦੇ ਸਲੂਣਾ ਰਸ ਸਾਨੂੰ ਪਰਮਾਤਮਾ ਦੇ ਨਾਮ ਨੂੰ ਸਰਵਣ ਕਰਨ ਵਿੱਚੋਂ ਪ੍ਰਾਪਤ ਹੁੰਦਾ ਹੈ। ਐਸਾ ਰਸ ਸਾਨੂੰ ਵਾਹਿਗੁਰੂ ਦੇ ਨਾਮ ਅੰਦਰੋਂ ਮਾਤਾ ਜੀ ਮਿਲਿਆ ਹੈ। ਇਸ ਕਰਕੇ ਜੋ ਮਰਦਾਨਾ ਜਿਹੜੇ ਹਿਸਾਬ ਨਾਲ ਸੋਚਦਾ ਹੈ ਕਿ ਖਾਣ ਵਾਸਤੇ ਭੋਜਨ ਨਹੀਂ ਮਿਲਦਾ, ਉਹ ਆਪਣੀ ਜਗ੍ਹਾ ਤੇ ਸੱਚ ਕਹਿ ਰਿਹਾ। ਪਰੰਤੂ ਜਿਹੜੇ ਢੰਗ ਨਾਲ ਮੈਂ ਸੋਚਦਾ ਹਾਂ, ਮੇਰੇ ਹਿਸਾਬ ਨਾਲ ਵਾਹਿਗੁਰੂ ਦੇ ਨਾਮ ਦਾ ਜੋ ਮੰਨਣ ਕਰਨਾ ਇਹੋ ਹੀ ਮਿੱਠੇ ਦਾ ਰਸ ਹੈ। ਨਾਮ ਦਾ ਸਰਵਣ ਕਰਨਾ ਇਹੋ ਸਲੂਣਾ ਰਸ ਹੈ। ਖਟ ਤੁਰਸੀ ਮੁਖ ਬੋਲਣਾ, ਮਾਰਣ ਨਾਦ ਕੀਏ। ਖਟ ਤੁਰਸੀ ਭਾਵ ਖਟ ਮਿੱਠੇ, ਜਿਹਦੇ ਵਿੱਚੋਂ ਖੱਟੇ ਦਾ ਰਸ ਵੀ ਹੋਵੇ ਤੇ ਮਿਠਾਸ ਵੀ ਹੋਵੇ। ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨਾ, ਉਹਦੀ ਸਿਫਤ ਸਲਾਹ ਨੂੰ ਗਾਉਣਾ, ਮੂੰਹੋਂ ਬੋਲਣਾ, ਇਹ ਸਾਡੇ ਵਾਸਤੇ ਖੱਟ ਮਿੱਠੇ ਪਦਾਰਥਾਂ ਦਾ ਰਸ ਹੈ। ਤੇ ਮਾਤਾ ਜੀ ਨੇ ਆਖਿਆ ਜਿਹੜੇ ਭੋਜਨ ਮੈਂ ਤਿਆਰ ਕੀਤੇ ਨੇ ਉਹਨਾਂ 'ਚ ਵੰਨ ਸਵੰਨੇ ਮਸਾਲੇ ਪਾਏ ਨੇ। ਗਰੀਬ ਨਵਾਜ ਕਹਿਣ ਲੱਗੇ ਮਾਰਨ ਨਾਦ ਕੀਏ। ਨਾਦ ਮਤਲਬ ਸੰਗੀਤ। ਮੈਂ ਸੰਗੀਤ ਰੂਪੀ ਮਸਾਲੇ ਪਾ ਕੇ ਵਾਹਿਗੁਰੂ ਦੇ ਨਾਮ ਨੂੰ ਹੋਰ ਵੀ ਸਵਾਦਲਾ ਬਣਾ ਲਿਆ ਹੈ। हे ਪਰਮੇਸ਼ਰ, ਤੇਰਾ ਨਾਮ ਵੈਸੇ ਵੀ ਬੜਾ ਸਵਾਦ ਹੈ, ਬੜਾ ਰਸਦਾਇਕ ਹੈ, ਪਰ ਜਦੋਂ ਤੋਂ ਮੈਂ ਸੰਗੀਤ ਦੇ ਮਸਾਲੇ ਪਾ ਕੇ ਕੀਰਤਨ ਕਰਕੇ ਗਾਉਣਾ ਸ਼ੁਰੂ ਕੀਤਾ, ਇਹ ਨਾਮ ਹੋਰ ਵੀ ਸਵਾਦਲਾ ਬਣ ਗਿਆ ਹੈ। ਜਿਵੇਂ ਭੋਜਨ ਮਸਾਲਿਆਂ ਦੇ ਨਾਲ ਹੋਰ ਵੀ ਸਵਾਦ ਬਣ ਜਾਂਦਾ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ ਹਨ ਕਿ ਭਾਈ ਨਾਮ ਦਾ ਸਰਵਣ ਮੰਨਣ ਤੇ ਨਿਧਿਆਸਨ ਕਰਨ ਦੇ ਵਿੱਚੋਂ ਸਾਨੂੰ ਮਿੱਠਾ, ਸਲੂਣਾ ਤੇ ਖੱਟ ਮਿੱਠਾ ਰਸ ਪ੍ਰਾਪਤ ਹੋਇਆ ਹੈ। ਸੰਗੀਤ ਰੂਪੀ ਮਸਾਲੇ ਪਾ ਕੇ ਅਸੀਂ ਇਸ ਨੂੰ ਸਵਾਦਲਾ ਬਣਾਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਸਿੱਖ ਨੂੰ ਹਠ ਯੋਗ ਕਰਨ ਵਾਸਤੇ ਨਹੀਂ ਕਿਹਾ, ਕਿਉਂਕਿ ਗੁਰਸਿੱਖੀ ਸਹਿਜ ਯੋਗ ਦਾ ਮਾਰਗ ਹੈ। ਪ੍ਰਾਤਨ ਸਮੇਂ ਦੇ ਵਿੱਚ ਤਪਸਵੀ, ਜਪੀ ਤਪੀ ਹਠੀ ਮੁਨੀ ਜਨ ਉਹ ਹਠ ਯੋਗ ਕਰਦੇ ਸੀ, ਪਰ ਗੁਰਸਿੱਖੀ ਸਹਿਜ ਯੋਗ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਹਿਜ ਯੋਗ ਦੇ ਵਿੱਚ ਕੀਰਤਨ ਕਰਨ ਦੀ ਦਾਤ ਗੁਰਸਿੱਖ ਨੂੰ ਬਖਸ਼ੀ ਹੈ। ਹਾਲਾਂਕਿ ਜਿਨ੍ਹਾਂ ਦੇਸ਼ਾਂ ਵਿੱਚ ਜਾ ਕੇ ਗੁਰੂ ਸਾਹਿਬ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ, ਉਹ ਦੇਸ਼ਾਂ ਦੇ ਲੋਕ ਇੰਨੇ ਕੱਟੜ ਨੇ, ਜਿੱਥੇ ਸੰਗੀਤ ਸੁਣ ਲੈਣ ਉੱਥੇ ਵੱਢਣ ਵਢਾਉਣ ਤੱਕ ਗੱਲਾਂ ਚਲੇ ਜਾਂਦੀਆਂ ਨੇ। ਕਤਲਾਂ ਤੱਕ ਗੱਲ ਪਹੁੰਚ ਜਾਂਦੀ ਹੈ, ਜਿੱਥੇ ਕਿਤੇ ਮਿਊਜ਼ਿਕ, ਸੰਗੀਤ ਉਹਨਾਂ ਨੂੰ ਸੁਣ ਜਾਵੇ। ਬਗਦਾਦ ਦੇ ਵਿੱਚ ਦਸਤਗੀਰ ਪੀਰ ਦੇ ਡੇਰੇ ਕੋਲ ਜਿੱਥੇ ਮਹਾਰਾਜ ਨੇ ਬਾਣੀ ਦਾ ਕੀਰਤਨ ਕੀਤਾ, ਉੱਥੇ ਅੱਜ ਵੀ ਸੰਗੀਤ ਦੇ ਉੱਪਰ ਪਾਬੰਦੀ ਹੈ। ਪਰ ਜਦੋਂ ਹਜੂਰ ਦੇ ਨਾਲ ਸੰਗੀਤ ਦੇ ਮਸਲੇ ਤੇ ਵਾਰਤਾਲਾਪ ਹੋਈ ਤੇ ਗਰੀਬ ਨਿਵਾਜ ਕਹਿੰਦੇ ਦਸਤਗੀਰ ਸੰਗੀਤ ਇੱਕ ਬਰਤਨ ਹੈ, ਤੇ ਭਾਂਡੇ ਵਿੱਚ ਭਾਵੇਂ ਅੰਮ੍ਰਿਤ ਪੀ ਲਓ ਭਾਵੇਂ ਜ਼ਹਿਰ ਪੀ ਲਓ, ਇਹ ਪੀਣ ਵਾਲੇ ਤੇ ਨਿਰਭਰ ਕਰਦਾ ਹੈ ਕਿ ਉਹਨੇ ਭਾਂਡੇ ਵਿੱਚ ਵਸਤੂ ਕਿਹੋ ਜਿਹੀ ਪਾਈ ਹੈ। ਭਾਂਡੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ।
ਸੰਗੀਤ ਨੂੰ ਚੰਗੇ ਤਰੀਕੇ ਨਾਲ ਵੀ ਵਰਤਿਆ ਜਾ ਸਕਦਾ ਹੈ। ਇਹਦੇ ਵਿੱਚ ਗੁਰਬਾਣੀ ਸੰਗੀਤ ਦੇ ਭਾਂਡੇ ਵਿੱਚ ਬਾਣੀ ਦਾ ਕੀਰਤਨ ਅੰਮ੍ਰਿਤ ਰੂਪੀ ਪਾ ਕੇ ਛਕਿਆ ਜਾ ਸਕਦਾ। ਪਰੰਤੂ ਇਸੇ ਹੀ ਸੰਗੀਤ ਦੇ ਨਾਲ ਵਿਸ਼ਈ ਵਾਸ਼ਨਾਵਾਂ, ਵਕਾਰੀ ਗੀਤ ਸੰਗੀਤ ਵੀ ਸੁਣੇ ਜਾ ਸਕਦੇ ਨੇ। ਇਹ ਤਾਂ ਬੰਦੇ ਤੇ ਨਿਰਭਰ ਕਰਦਾ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਕੀਰਤਨ ਦੀ ਦਾਤ ਬਖਸ਼ੀ ਹੈ। ਇਸਲਾਮੀ ਦੇਸ਼ਾਂ ਵਿੱਚ ਜਾ ਕੇ ਵੀ ਹਜੂਰ ਨੇ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ। ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਜਿੰਨੇ ਵੀ ਕੱਟੜ ਬਾਦਸ਼ਾਹ ਹੋਏ ਨੇ, ਉਹ ਸਾਰੇ ਸੰਗੀਤ ਦੇ ਉੱਪਰ ਬੜੀ ਪਾਬੰਦੀ ਲਾਉਂਦੇ ਸੀ। ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਐਲਾਨ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਇੱਥੇ ਕੋਈ ਵੀ ਸੰਗੀਤ ਨਹੀਂ ਗਾ ਸਕੇਗਾ। ਤੇ ਵੱਡੇ ਵੱਡੇ ਸੰਗੀਤਕਾਰ ਦੇ ਗਵਈਏ, ਉਹਨਾਂ ਨੂੰ ਫਿਕਰ ਪੈ ਗਿਆ ਕਿ ਸਾਡੀ ਰੋਜੀ ਰੋਟੀ ਕਿਵੇਂ ਚੱਲੇਗੀ, ਕਿਉਂਕਿ ਸਾਡਾ ਤੇ ਰਿਜ਼ਕ ਹੀ ਸੰਗੀਤ ਤੇ ਨਿਰਭਰ ਹੈ। ਕੁਝ ਗਾਉਂਦੇ ਹਾਂ ਤੇ ਲੋਕ ਸਾਨੂੰ ਕੁਝ ਨਾ ਕੁਝ ਦਿੰਦੇ ਨੇ, ਜਿਹਦੇ ਨਾਲ ਪਰਿਵਾਰ ਦੀ ਉਪਜੀਵਕਾ ਚੱਲਦੀ ਹੈ। ਸਾਰੇ ਗਵਈਏ ਗੀਤਕਾਰ ਬੜੇ ਜ਼ਿਆਦਾ ਫਿਕਰਮੰਦ ਹੋਏ। ਇੱਕ ਦਿਨ ਔਰੰਗਜ਼ੇਬ ਆਪਣੇ ਮਹਿਲਾਂ ਦੇ ਉੱਪਰ ਟਹਿਲ ਰਿਹਾ ਸੀ ਤੇ ਸੰਗੀਤਕਾਰਾਂ ਨੇ ਆਪਣੇ ਮੋਢੇ ਦੇ ਉੱਪਰ ਇੱਕ ਜਨਾਜ਼ਾ ਉਠਾ ਲਿਆ। ਕਿਲੇ ਦੀ ਕੰਧ ਦੇ ਕੋਲੋਂ ਤੁਰੇ ਜਾਂਦੇ ਨੇ। ਔਰੰਗਜ਼ੇਬ ਉੱਤੋਂ ਆਵਾਜ਼ ਦੇ ਕੇ ਪੁੱਛਦਾ ਹੈ ਕਿ ਕੌਣ ਮਰ ਗਿਆ ਹੈ, ਕਿਸ ਦੀ ਮੌਤ ਹੋਈ ਹੈ। ਤੇ ਸਾਰੇ ਸੰਗੀਤਕਾਰਾਂ ਨੇ ਉੱਚੀ ਆਵਾਜ਼ ਵਿੱਚ ਜਵਾਬ ਦਿੱਤਾ ਕਿ ਸੰਗੀਤ ਦੀ ਮੌਤ ਹੋ ਗਈ ਹੈ, ਸੁਰਾਂ ਦੀ ਮੌਤ ਹੋ ਗਈ ਹੈ। ਕਿਉਂਕਿ ਇਥੋਂ ਦਾ ਰਾਜਾ ਇੰਨਾ ਕੱਟੜ ਹੈ, ਉਹਨੇ ਸੰਗੀਤ ਨੂੰ ਮਾਰ ਦਿੱਤਾ ਹੈ। ਔਰੰਗਜ਼ੇਬ ਦੇ ਦਿਲ ਤੇ ਬੜੀ ਚੋਟ ਲੱਗੀ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਇਸ ਕਮਬਖਤ ਨੂੰ ਇੰਨਾ ਡੂੰਘਾ ਦਬਾ ਕੇ ਆਇਓ, ਇਹਨੂੰ ਇੰਨਾ ਡੂੰਘਾ ਨੱਪ ਕੇ ਆਇਓ ਕਿ ਦੁਬਾਰਾ ਉੱਠਣ ਜੋਗਾ ਨਾ ਰਵੇ। ਸੰਗੀਤ ਤੇ ਇੰਨੀ ਕਰੜੀ ਪਾਬੰਦੀ ਸੀ ਔਰੰਗਜ਼ੇਬ ਦੇ ਰਾਜ ਵਿੱਚ ਵੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਾਰਨ ਨਾਦ ਕੀਏ। ਮੈਂ ਤਾਂ ਸੰਗੀਤ ਨੂੰ ਮਸਾਲੇ ਦੀ ਨਿਆਈ ਵਰਤਿਆ ਹੈ। ਸੰਗੀਤ ਨੇ ਪ੍ਰਮਾਤਮਾ ਦੇ ਨਾਮ ਦੇ ਕੀਰਤਨ ਨੂੰ ਹੋਰ ਵੀ ਸਵਾਦਲਾ ਬਣਾ ਦਿੱਤਾ ਹੈ। ਛਤੀਹ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਮਾਤਾ ਜੀ ਨੇ ਆਖਿਆ, ਬੇਟਾ ਤੇਰੇ ਵਾਸਤੇ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਲਿਆਂਦੇ ਨੇ। ਗਰੀਬ ਨਵਾਜ ਕਹਿੰਦੇ, ਭਾਉ ਏਕ, ਮੈਨੂੰ 36 ਪ੍ਰਕਾਰ ਦੇ ਪਦਾਰਥਾਂ ਦੀ ਲੋੜ ਨਹੀਂ, ਮੈਨੂੰ ਵਾਹਿਗੁਰੂ ਦੇ ਪ੍ਰੇਮ ਦੀ ਜ਼ਰੂਰਤ ਹੈ ਤੇ ਉਸ ਦੇ ਪ੍ਰੇਮ ਵਿੱਚੋਂ ਹੀ ਮੈਨੂੰ 36 ਪ੍ਰਕਾਰ ਦੇ ਪਦਾਰਥਾਂ ਦਾ ਰਸ ਆਉਂਦਾ ਹੈ। 36 ਅੰਮ੍ਰਿਤ ਭਾਉ ਏਕ। ਇੱਕ ਤਰਫ ਪਰਮੇਸ਼ਰ ਦਾ ਪ੍ਰੇਮ ਤੇ ਦੂਜੇ ਪਾਸੇ 36 ਪ੍ਰਕਾਰ ਦੇ ਰਸ। ਪਰ ਮੈਂ ਜੇ ਚੋਣ ਕਰਨੀ ਹੋਵੇ, ਮੈਂ ਉਹਨਾਂ ਦੋਹਾਂ ਦੇ ਵਿੱਚੋਂ ਕੁਝ ਪ੍ਰਾਪਤ ਕਰਨਾ ਹੋਵੇ ਤੇ ਰੱਬ ਦੇ ਨਾਮ ਦੇ ਰਸ ਨੂੰ ਮੈਂ ਪਹਿਲ ਦਿਆਂਗਾ। ਇਹਦੇ ਵਿੱਚੋਂ ਹੀ ਭਾਈ ਸਾਰੇ ਰਸ ਪ੍ਰਾਪਤ ਹੁੰਦੇ ਨੇ। ਜਾਂ ਕਉ ਨਦਰ ਕਰੇ, ਇਹ ਪ੍ਰੇਮ ਦਾ ਰਸ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਉੱਪਰ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਵੇ। ਉਸ ਵਾਹਿਗੁਰੂ ਦੀ ਮਿਹਰ ਤੋਂ ਬਗੈਰ ਇਹ ਰਸ ਨਹੀਂ ਮਿਲ ਸਕਦੇ। ਵਾਹਿਗੁਰੂ ਦਾ ਪ੍ਰੇਮ, ਉਹਦੇ ਨਾਮ ਦਾ ਪ੍ਰੇਮ, ਉਹਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਜਾਂ ਕਉ ਆਇਓ ਏਕ ਰਸਾ, ਖਾਨ ਪਾਨ ਆਨ ਨਹੀਂ ਖੁਦਿਆ, ਤਾਂ ਕੈ ਚਿਤ ਨਾ ਬਸਾ। ਜਿਸ ਵਿਰਲੇ ਗੁਰਮੁਖ ਪਿਆਰੇ ਨੂੰ ਨਾਮ ਦੇ ਵਿੱਚੋਂ ਰਸ ਆ ਜਾਂਦਾ ਹੈ, ਦੁਨੀਆ ਦੇ ਪਦਾਰਥ ਉਹਦੇ ਵਾਸਤੇ ਸਾਰੇ ਫਿੱਕੇ ਪ੍ਰਤੀਤ ਹੋ ਜਾਂਦੇ ਨੇ। ਦੁਨਿਆਵੀ ਰਸਾਂ ਕਸਾਂ ਵੱਲ ਕੋਈ ਵੀ ਖਿੱਚ ਨਹੀਂ ਰਹਿੰਦੀ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਬਖਸ਼ਿਸ਼ ਉਹਦੇ ਤੇ ਹੁੰਦੀ ਹੈ ਜਿਹਦੇ ਉੱਪਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਪਿਤਾ ਜੀ ਨੇ ਆਖਿਆ ਫਿਰ ਤੁਸੀਂ ਕੀ ਖਾਂਦੇ ਹੋ? ਜੇਕਰ 36 ਪ੍ਰਕਾਰ ਦੇ ਰਸ ਤੁਹਾਨੂੰ ਚੰਗੇ ਨਹੀਂ ਲੱਗਦੇ, ਤੇ ਮਹਾਰਾਜ ਕਹਿੰਦੇ ਬਾਬਾ ਭਾਵ ਹੈ ਬਜ਼ੁਰਗੋ ਪਿਤਾ ਜੀ, ਹੋਰ ਖਾਣਾ ਖੁਸ਼ੀ ਖੁਆਰ। ਜਿਹੜੀ ਹੋਰ ਖਾਣ ਦੀ ਖੁਸ਼ੀ ਹੈ, ਭਾਵ ਹੋਰਨਾਂ ਪਦਾਰਥਾਂ ਨੂੰ ਖਾਣ ਦੀ ਖੁਸ਼ੀ। ਖਾਣਾ ਪੀਣਾ ਸਿਰਫ ਮਹਾਰਾਜ ਨੇ ਉੱਥੋਂ ਤੱਕ ਗੁਰਸਿੱਖ ਨੂੰ ਦੱਸਿਆ ਜਿਹਦੇ ਨਾਲ ਜਿੰਦਾ ਰਹਿ ਸਕੀਏ, ਸਰੀਰ ਸਾਥ ਦੇਵੇ। ਉਸ ਤੋਂ ਇਲਾਵਾ ਜਿਹੜੇ ਰਾਸਕਸ ਨੇ ਉਹਨਾਂ ਦਾ ਤਿਆਗ ਕਰਨ ਦਾ ਹੁਕਮ ਦਿੱਤਾ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿਹੜੀ ਹੋਰਨਾਂ ਪਦਾਰਥਾਂ ਨੂੰ ਖਾਣ ਦੀ ਖੁਸ਼ੀ ਹੈ, ਇਹ ਬੰਦੇ ਨੂੰ ਖੁਆਰ ਕਰਦੀ ਹੈ, ਦੁਖੀ ਕਰਦੀ ਹੈ। ਇਹਨਾਂ ਪਦਾਰਥਾਂ ਦੀਆਂ ਖੁਸ਼ੀਆਂ ਦੇ ਨਾਲ ਕਦੇ ਵੀ ਕੋਈ ਵਿਅਕਤੀ ਸੁਖੀ ਨਹੀਂ ਹੋ ਸਕਿਆ। ਜਿਤ ਖਾਧੈ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਉਹਨਾਂ ਹੋਰਨਾਂ ਪਦਾਰਥਾਂ ਨੂੰ ਖਾਣ ਦੇ ਨਾਲ ਪਹਿਲੀ ਤਾਂ ਗੱਲ ਸਰੀਰ ਦੇ ਵਿੱਚ ਪੀੜਾ, ਦਰਦ ਪੈਦਾ ਹੁੰਦੀ ਹੈ। ਭਾਵ ਸਰੀਰ ਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਨੇ। ਮਨ ਮਹਿ ਚੱਲਹਿ ਵਿਕਾਰ। ਫਿਰ ਮਨ ਦੇ ਵਿੱਚ ਵੀ ਵਿਕਾਰ, ਵਾਸ਼ਨਾਵਾਂ, ਕਾਮ ਆਦਿਕ ਵਿਕਾਰ ਪੈਦਾ ਹੁੰਦੇ ਨੇ। ਪੀੜੀਐ ਦਾ ਅਰਥ ਹੈ ਪੀੜਾ, ਦਰਦ, ਤੇ ਪੀੜੀਐ ਦਾ ਅਰਥ ਹੈ ਕੁਚਲੇ ਜਾਣਾ। ਕੁਚਲੇ ਜਾਣ ਤੋਂ ਭਾਵ ਕਿ ਸਰੀਰ ਦੀ ਜਿੰਨੀ ਤਾਕਤ ਹੈ, ਜਿੰਨਾ ਸਰੀਰ ਦੇ ਵਿੱਚ ਬਲ ਹੈ, ਸਾਰਾ ਨੁੱਚੜ ਜਾਣਾ, ਨਿਰਬਲ ਤੇ ਕਮਜ਼ੋਰ ਹੋ ਜਾਣਾ। ਮਹਾਰਾਜ ਕਹਿੰਦੇ ਨੇ ਜਿਹੜਾ ਸਵਾਦਲੇ ਪਦਾਰਥਾਂ ਨੂੰ ਖਾਣ ਦਾ ਆਦੀ ਹੈ, ਉਸ ਦਾ ਸਰੀਰ ਕਮਜ਼ੋਰ ਹੋ ਜਾਵੇਗਾ, ਰੋਗੀ ਹੋ ਜਾਏਗਾ। ਜੇਤੇ ਰਸ ਸਰੀਰ ਕੇ ਤੇਤੇ ਲੱਗਹਿ ਦੁੱਖ। ਗੁਰੂ ਸਾਹਿਬ ਕਹਿੰਦੇ ਨੇ ਇਹ ਇੱਕ ਬਹੁਤ ਵੱਡਾ ਪੈਮਾਨਾ ਹੈ ਨਾਪਣ ਵਾਸਤੇ ਕਿ ਬੰਦਾ ਜਿੰਨਾ ਜ਼ਿਆਦਾ ਰਸਾਂ ਦਾ ਆਦੀ ਹੈ, ਓਨਾ ਹੀ ਉਸ ਦਾ ਸਰੀਰ ਰੋਗੀ ਹੋਵੇਗਾ। ਕਿਉਂਕਿ ਜਦੋਂ ਬੰਦੇ ਦੇ ਸਰੀਰ ਨੂੰ ਰੋਗ ਲੱਗਦਾ ਹੈ, ਉਦੋਂ ਰੱਬ ਅੱਗੇ ਅਰਦਾਸਾਂ ਵੀ ਕਰਦਾ ਹੈ, ਦੋਸ਼ ਵੀ ਦਿੰਦਾ ਕਿ ਮੈਂ ਕੀ ਵਿਗਾੜਿਆ ਸੀ, ਮੇਰੇ ਸਰੀਰ ਨੂੰ ਬਿਮਾਰੀ ਲੱਗ ਗਈ। ਪਰ ਗੁਰੂ ਸਾਹਿਬ ਕਹਿੰਦੇ ਨੇ ਸਾਧ ਮੋਹਿ ਲਾਦੀ ਅਹੰਕਾਰੇ, ਦੋਸ ਨਾਹੀ ਪ੍ਰਭ ਕਰਨੈ ਹਾਰੇ। ਕਰਨਹਾਰ ਪਰਮੇਸ਼ਰ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਜਿਨ੍ਹਾਂ ਸਵਾਦਾਂ ਵਿੱਚ ਤੂੰ ਗਰਸਿਆ ਸੀ, ਉਹਨਾਂ ਸਵਾਦਾਂ ਦਾ ਅੱਜ ਨਤੀਜਾ ਤੈਨੂੰ ਮਿਲ ਗਿਆ ਹੈ। ਜੋ ਕਮਾਵਨ ਸੋਈ ਭੋਗ। ਜੋ ਜੀਵ ਕਮਾਉਂਦਾ ਹੈ, ਉਸੇ ਨੂੰ ਭੋਗਦਾ ਹੈ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਹੋਰਨਾਂ ਪਦਾਰਥਾਂ ਨੂੰ ਖਾਣ ਨਾਲ ਭਾਵੇਂ 4 ਦਿਨਾਂ ਦੀ ਖੁਸ਼ੀ ਜ਼ਰੂਰ ਪ੍ਰਤੀਤ ਹੁੰਦੀ ਹੈ, ਪਰ ਅੰਤ ਨੂੰ ਇਹ ਪਦਾਰਥ ਜ਼ਹਿਰ ਹੋ ਕੇ ਨਿਬੜ ਜਾਂਦੇ ਨੇ। ਸਰੀਰ ਦੇ ਵਿੱਚ ਕਈ ਪ੍ਰਕਾਰ ਦੀਆਂ ਪੇਚੀਦਾ ਬਿਮਾਰੀਆਂ ਨੂੰ ਜਨਮ ਦੇ ਜਾਂਦੇ ਹਨ। ਰਹਾਉ ਰਤਾ ਪੈਨਣ ਮਨ ਰਤਾ, ਸੁਪੈਦੀ ਸਤ ਦਾਨ। ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਮਾਤਾ ਜੀ ਨੇ ਆਖਿਆ ਬੇਟਾ, ਤੇਰੇ ਪਹਿਨਣ ਵਾਸਤੇ ਭਿੰਨ ਭਿੰਨ ਤਰ੍ਹਾਂ ਦੇ ਬਸਤਰ ਵੀ ਮੈਂ ਲਿਆਈ ਹਾਂ। ਜੇ ਤੂੰ ਘਰ ਵਿੱਚ ਰਹੇ ਤੇ ਵੰਨ ਸਵੰਨੇ ਨਵੇਂ ਨਵੇਂ ਕੱਪੜੇ ਵੀ ਤੈਨੂੰ ਤਿਆਰ ਕਰਕੇ ਪਾਉਣ ਵਾਸਤੇ ਦੇਵਾਂ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰੱਤਾ ਪਹਿਨਣ। ਰੱਤਾ ਮਤਲਬ ਲਾਲ ਰੰਗ। ਲਾਲ ਰੰਗ ਖੁਸ਼ੀ ਦਾ ਰੰਗ ਮੰਨਿਆ ਗਿਆ ਹੈ। ਇਸੇ ਕਰਕੇ ਹੀ ਆਨੰਦ ਕਾਰਜ ਦੇ ਸਮੇਂ, ਪੁਰਾਤਨ ਸਮੇਂ ਦੇ ਵਿੱਚ ਬੀਬੀ ਨੂੰ ਲਾਲ ਰੰਗ ਪਵਾਇਆ ਜਾਂਦਾ ਹੈ। ਲਾਲ ਰੰਗ ਦੇ ਬਸਤਰ, ਸੂਹਾ ਰੰਗ। ਤੇ ਗੁਰਬਾਣੀ ਦੇ ਵਿੱਚ ਵੀ ਜਿਹੜਾ ਸੂਹੀ ਰਾਗ ਹੈ,
ਉਹ ਸੂਹੀ ਦਾ ਭਾਵ ਹੈ ਲਾਲ ਰੰਗ ਵਾਲੀ। ਸੂਹਾ ਮਤਲਬ ਲਾਲ ਰੰਗ, ਸੂਹੀ ਲਾਲ ਰੰਗ ਦੇ ਬਸਤਰਾਂ ਵਾਲੀ। ਤੇ ਮਹਾਰਾਜ ਨੇ ਇਸ ਬਾਬਤ ਬਾਣੀ ਦੇ ਵਿੱਚ ਉਪਦੇਸ਼ ਵੀ ਬਖਸ਼ਿਆ ਕਿ ਸੂਹਵੀਏ ਨਿਮਾਣੀਏ ਸੋ ਸਹੋ ਸਦਾ ਸੰਭਾਲ। ਤੇ ਲਾਲ ਰੰਗ ਤੋਂ ਭਾਵ ਹੈ ਕਿ ਨਵ ਜੋਬਨ ਜਵਾਨੀ ਵਾਲੀ ਜੀਵ ਇਸਤਰੀ, ਮਹਾਤਮਾ ਰੂਪ ਜਗਿਆਸੂ ਰੂਪੀ ਜੀਵ ਇਸਤਰੀ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਰੱਤਾ ਪਹਿਨਣ, ਜਿਹੜਾ ਲਾਲ ਰੰਗ ਖੁਸ਼ੀ ਦਾ ਰੰਗ ਮੰਨਿਆ ਗਿਆ ਹੈ, ਮਾਤਾ ਜੀ ਅਸੀਂ ਉਹ ਲਾਲ ਰੰਗ ਨਹੀਂ ਪਹਿਨਦੇ ਬਲਕਿ ਮਨ ਰੱਤਾ, ਅਸੀਂ ਮਨ ਨੂੰ ਪਰਮੇਸ਼ਰ ਦੇ ਨਾਮ ਵਿੱਚ ਰੰਗ ਲਿਆ ਹੈ। ਇਹੋ ਹੀ ਸਾਡੇ ਵਾਸਤੇ ਲਾਲ ਰੰਗ ਹੈ। ਤੇ ਸੁਪੇਦੀ ਸਤ ਦਾਨ, ਸੁਪੇਦੀ ਮਤਲਬ ਸਫੈਦ, ਚਿੱਟਾ, ਇਹ ਸ਼ਾਂਤੀ ਤੇ ਗਮੀ ਦਾ ਪ੍ਰਤੀਕ ਹੈ। ਲਾਲ ਰੰਗ ਜਿੱਥੇ ਖੁਸ਼ੀ ਦਾ ਪ੍ਰਤੀਕ ਹੈ, ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ। ਮਾਤਾ ਜੀ ਨੇ ਆਖਿਆ ਤੁਹਾਡੇ ਵਾਸਤੇ ਸਫੈਦ ਬਸਤਰ ਵੀ ਮੈਂ ਸੀ ਕੇ ਰੱਖੇ ਨੇ। ਗੁਰੂ ਪਾਤਸ਼ਾਹ ਕਹਿੰਦੇ ਸਤ ਦਾਨ, ਉੱਚਾ ਆਚਰਣ ਤੇ ਲੋੜਵੰਦਾਂ ਦੀ ਮਦਦ ਕਰਨੀ, ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਗੁਰੂ ਦੀ ਖਾਤਰ, ਗੁਰੂ ਦੇ ਸਿੱਖਾਂ ਖਾਤਰ ਲਗਾਉਣਾ, ਇਹੋ ਹੀ ਮੇਰੇ ਵਾਸਤੇ ਸਫੈਦ ਰੰਗ ਦੇ ਬਸਤਰ ਹਨ। ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ। ਨੀਲੀ ਤੋਂ ਭਾਵ ਹੈ ਨੀਲੀ ਪੁਸ਼ਾਕ, ਇਹ ਸੂਰਮਿਆਂ ਦੀ ਪੁਸ਼ਾਕ ਮੰਨੀ ਗਈ ਹੈ। ਨੀਲਾ ਰੰਗ ਸੂਰਮੇ ਦਾ ਰੰਗ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਿਆਹੀ ਕਦਾ ਕਰਨੀ, ਵਕਾਰਾਂ ਰੂਪੀ ਕਾਲਖ ਨੂੰ ਕੱਟ ਦੇਣਾ। ਕਦਾ ਫਾਰਸੀ ਦਾ ਲਫ਼ਜ਼ ਹੈ, ਕਦਾ ਮਤਲਬ ਕੱਟਣਾ, ਕੱਟਣਾ ਕਰਨਾ ਭਾਵ ਕੱਟ ਦੇਣਾ। ਵਕਾਰਾਂ ਰੂਪੀ ਕਾਲਖ ਨੂੰ, ਇਹੋ ਹੀ ਮੇਰੀ ਨੀਲੀ ਪੁਸ਼ਾਕ ਹੈ। ਭਾਵ ਨੀਲੀ ਪੁਸ਼ਾਕ ਪਾਉਣ ਵਾਲਾ ਸੂਰਮਾ ਜਿੱਥੇ ਦੁਸ਼ਮਣਾਂ ਨੂੰ ਕੱਟਦਾ ਹੈ, ਮੈਂ ਆਪਣੇ ਦੁਸ਼ਮਣ ਵਕਾਰਾਂ ਨੂੰ ਕੱਟ ਸੁੱਟਿਆ ਹੈ। ਕਿਉਂਕਿ ਸਾਹਿਬ ਨੇ ਇਹਨਾਂ ਪੰਜਾਂ ਨੂੰ ਸੂਰਮੇ ਆਖਿਆ ਹੈ। ਕਿਉਂਕਿ ਜਿਸ ਹਰ ਕਿਸੇ ਨੂੰ ਇਹ ਸੂਰਮੇ ਢਾਹ ਲੈਂਦੇ ਨੇ। ਕੋਈ ਵਿਰਲਾ ਹੀ ਇੰਨਾ ਤਾਕਤਵਰ ਭਲਵਾਨ ਅੱਗੋਂ ਟੱਕਰ ਜਾਂਦਾ ਹੈ ਜਿਹੜਾ ਇਹਨਾਂ ਸੂਰਮਿਆਂ ਨੂੰ ਚੁੱਕ ਕੇ ਥੱਲੇ ਰੱਖ ਲੈਂਦਾ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਵੱਡੀ ਕੌਮ ਵਸ ਭਾਗਹਿ, ਨਾਹੀ ਮੋਹਕਮ ਫੌਜ ਹਠਲੀ ਰੇ। ਕਹੋ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕੈ ਚੱਲੀ ਰੇ। ਸਾਹਿਬ ਕਹਿੰਦੇ ਨੇ ਕੋਈ ਵਿਰਲਾ ਹੀ ਐਸਾ ਸੂਰਮਾ ਹੈ ਜਿਨਨੇ ਪੰਜਾਂ ਵਕਾਰਾਂ ਰੂਪੀ ਸੂਰਮਿਆਂ ਨੂੰ ਜਿੱਤ ਲਿਆ ਹੋਵੇ। ਤਾਂ ਕਰਕੇ ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਹਨ, ਨੀਲੀ ਸਿਆਹੀ ਕਦਾ ਕਰਨੀ, ਵਕਾਰਾਂ ਰੂਪੀ ਕਾਲਖ ਨੂੰ ਕੱਟ ਦੇਣਾ, ਇਹੋ ਨੀਲੀ ਪੁਸ਼ਾਕ ਹੈ। ਪਹਿਰਨ ਪੈਰ ਧਿਆਨ, ਪਹਿਰਨ ਭਾਵ ਵੰਨ ਸਵੰਨੇ ਬਸਤਰਾਂ ਦਾ ਪਾਉਣਾ, ਪੈਰ ਧਿਆਨ ਪਰਮੇਸ਼ਰ ਦੇ ਚਰਨਾਂ ਵੱਲ ਧਿਆਨ ਰੱਖਣਾ, ਭਾਵ ਉਹਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜਨਾ, ਇਹੋ ਮੇਰੀ ਪੁਸ਼ਾਕ ਹੈ। ਕਮਰ ਬੰਦ ਸੰਤੋਖ ਕਾ, ਤਨ ਜੋਵਨ ਤੇਰਾ ਨਾਮ। ਕਮਰ ਬੰਦ ਕਹੀਏ ਕਮਰ ਕੱਸਾ। ਯੁੱਧ ਦੇ ਮੈਦਾਨ ਵਿੱਚ ਲੜਨ ਵਾਸਤੇ ਘੋੜ ਸਵਾਰੀ ਕਰਨ ਵਾਲੇ ਸੂਰਮੇ ਕਮਰ ਕੱਸਾ ਕਰਿਆ ਕਰਦੇ ਨੇ। ਤੇ ਜਿੱਥੇ ਕਮਰ ਕੱਸੇ ਤੋਂ ਭਾਵ ਹੈ ਕਿ ਯੁੱਧ ਦੇ ਮੈਦਾਨ ਵਿੱਚ ਲੜਨ ਵਾਸਤੇ ਤਿਆਰ ਬਰ ਤਿਆਰ ਹੋਣਾ। ਕਮਰ ਕੱਸਾ ਤਿਆਰ ਬਰ ਤਿਆਰ ਹੋਣ ਦਾ ਵਾਚਕ ਹੈ। ਵੈਸੇ ਵੀ ਕਿਸੇ ਕੰਮ ਵਾਸਤੇ ਬੰਦੇ ਨੇ
ਠਾਣ ਲਿਆ ਹੋਵੇ, ਮਨ ਵਿੱਚ ਪੱਕਾ ਇਰਾਦਾ ਬਣਾ ਲਿਆ ਹੋਵੇ ਕਿ ਇਹ ਕੰਮ ਮੈਂ ਕਰਨਾ ਹੀ ਕਰਨਾ ਹੈ, ਉੱਥੇ ਵੀ ਇਹ ਲਫ਼ਜ਼ ਵਰਤਿਆ ਜਾਂਦਾ ਕਿ ਮੈਂ ਇਹ ਕੰਮ ਕਰਨ ਵਾਸਤੇ ਆਪਣਾ ਲੱਕ ਬੰਨ੍ਹ ਲਿਆ ਹੈ, ਭਾਵ ਕਮਰ ਕੱਸਾ ਕਰ ਲਿਆ, ਮੇਰੀ ਪੂਰੀ ਤਿਆਰੀ ਹੈ। ਕਮਰ ਕੱਸਾ ਤਿਆਰੀ ਦਾ ਤੇ ਲੜਨ ਦਾ, ਯੁੱਧ ਦੇ ਮੈਦਾਨ ਵਿੱਚ ਜੂਝਣ ਦਾ ਇੱਕ ਪ੍ਰਤੀਕ ਹੈ। ਤੋ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਕਮਰ ਬੰਦ ਸੰਤੋਖ ਦਾ। ਮਾਤਾ ਜੀ ਜਿਹੜਾ ਮਖਮਲੀ ਕੱਪੜੇ ਦਾ, ਰੇਸ਼ਮੀ ਕੱਪੜੇ ਦਾ ਤੁਸੀਂ ਕਮਰ ਕੱਸਾ ਲਾਉਣ ਵਾਸਤੇ ਲਿਆਏ ਹੋ, ਇਹਦੇ ਨਾਲੋਂ ਮੈਂ ਸੰਤੋਖ ਰੂਪੀ ਕਮਰ ਕੱਸੇ ਨੂੰ ਬੰਨਣਾ ਜ਼ਿਆਦਾ ਪਸੰਦ ਕਰਦਾ ਹਾਂ। ਸੰਤੋਖ ਹੀ ਮੇਰਾ ਕਮਰ ਕੱਸਾ ਹੈ, ਕਿਉਂਕਿ ਕਮਰ ਕੱਸਾ ਹੋਵੇ ਤੇ ਸੂਰਮਾ ਭੋਜਨ ਵੀ ਬੜੇ ਸੰਜਮ ਦੇ ਵਿੱਚ ਛਕਦਾ ਹੈ। ਜ਼ਿਆਦਾ ਖਾ ਕੇ ਤੇ ਲੜਿਆ ਭਿੜਿਆ ਨਹੀਂ ਜਾ ਸਕਦਾ, ਸ਼ਸਤਰ ਵਿਦਿਆ ਦਾ ਅਭਿਆਸ ਨਹੀਂ ਹੋ ਸਕਦਾ, ਤਾਂ ਕਰਕੇ ਸੂਰਮਾ ਖਾਣ ਦਾ ਪਰਹੇਜ਼ ਰੱਖਦਾ ਹੈ। ਮਹਾਰਾਜ ਕਹਿੰਦੇ ਵੈਸੇ ਹੀ ਸਬਰ ਸੰਤੋਖ ਰੱਖਣਾ ਇਹੋ ਮੇਰਾ ਕਮਰ ਕੱਸਾ ਹੈ, ਕਿਉਂਕਿ ਸੰਤੋਖ ਪਰਮੇਸ਼ਰ ਦੀ ਬਖਸ਼ੀ ਐਸੀ ਵਡਮੁੱਲੀ ਦਾਤ ਹੈ ਜਿਹਦੇ ਬਰਾਬਰ ਹੋਰ ਕੋਈ ਵੀ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਕੋਲ ਸੰਤੋਖ ਰੂਪੀ ਕਮਰ ਕੱਸਾ ਹੈ, ਧਨ ਜੋਬਨ ਤੇਰਾ ਨਾਮ। ਗੁਰਬਾਣੀ ਦੇ ਵਿੱਚ ਹਰ ਇੱਕ ਬੰਦੇ ਨੂੰ ਧਨ ਅਤੇ ਜੋਬਨ ਜਵਾਨੀ ਕਰਕੇ ਨਸ਼ਈ ਮੰਨਿਆ ਹੈ। ਬੰਦੇ ਨੂੰ ਆਪਣੇ ਪੈਸੇ ਦਾ ਤੇ ਜੋਬਨ ਜਵਾਨੀ ਦਾ ਇੱਕ ਨਸ਼ਾ ਹੈ। ਇਸ ਕਰਕੇ ਗਰੀਬ ਨਵਾਜ ਕਹਿੰਦੇ ਨੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਨੈ ਨਾ ਰੱਖੀ ਲੱਜ। ਇਹ ਪੰਜੇ ਹਰ ਇੱਕ ਜੀਵ ਦੇ ਅੰਦਰੋਂ ਦੈਵੀ ਗੁਣਾਂ ਦੀ ਸੰਪਤੀ ਨੂੰ ਠੱਗਦੇ ਨੇ। ਕੋਈ ਵੀ ਬੰਦਾ ਨਹੀਂ ਜਿਹੜਾ ਇਹਨਾਂ ਠੱਗਾਂ ਤੋਂ ਬਚ ਸਕਿਆ ਹੋਵੇ। ਤੇ ਮਹਾਰਾਜ ਕਹਿੰਦੇ ਇਸ ਧਨ ਤੇ ਜੋਬਨ ਜਵਾਨੀ ਦੇ ਨਸ਼ੇ ਵਿੱਚ ਹਰ ਵਿਅਕਤੀ ਮਸਤ ਹੈ, ਪਰ ਅਸੀਂ ਉਸ ਵਾਹਿਗੁਰੂ ਦੇ ਨਾਮ ਵਿੱਚੋਂ ਹੀ, ਨਾਮ ਨੂੰ ਹੀ ਆਪਣਾ ਧਨ ਸਮਝਦੇ ਹਾਂ, ਨਾਮ ਨੂੰ ਹੀ ਆਪਣਾ ਜੋਬਨ ਸਮਝਦੇ ਹਾਂ। ਤੇ ਜਿਹੜੀ 4 ਦਿਨਾਂ ਦੀ ਜਵਾਨੀ ਇਸ ਸਰੀਰ ਤੇ ਆਉਂਦੀ ਹੈ, ਜਦੋਂ ਇਹ ਜਵਾਨੀ ਦੇ ਦਿਨ ਜਾਂਦੇ ਨੇ ਹਰ ਬੰਦਾ ਘਬਰਾ ਜਾਂਦਾ ਹੈ। ਕਾਲੇ ਕੇਸਾਂ ਤੋਂ ਜਦੋਂ ਚਿੱਟੇ ਆਉਣੇ ਸ਼ੁਰੂ ਹੁੰਦੇ ਨੇ ਹਰ ਕੋਈ ਵਿਅਕਤੀ ਡਰ ਜਾਂਦਾ ਹੈ, ਕਿਉਂਕਿ ਜਵਾਨੀ ਪਸੰਦ ਹੈ, ਬੁਢੇਪਾ ਨਹੀਂ ਪਸੰਦ। ਤਾਂ ਕਰਕੇ ਜਾਂ ਤੇ ਉਹਨਾਂ ਚਿੱਟੇ ਵਾਲਾਂ ਨੂੰ, ਕੇਸਾਂ ਨੂੰ ਕੱਟਦਾ ਹੈ ਜਾਂ ਫਿਰ ਰੰਗਦਾ ਹੈ, ਕਾਲੇ ਕਰਦਾ ਹੈ, ਕਿਉਂਕਿ ਜਵਾਨੀ ਦੇ ਜਾਣ ਦਾ ਡਰ ਲੱਗਦਾ ਹੈ। ਮਹਾਰਾਜ ਕਹਿੰਦੇ ਸਾਨੂੰ ਜਵਾਨੀ ਦੇ ਜਾਣ ਦਾ ਕੋਈ ਵੀ ਡਰ ਨਹੀਂ ਲੱਗਦਾ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਜਵਾਨੀ ਜਾਂਦਿਆਂ ਸਾਨੂੰ ਕੱਖ ਵੀ ਡਰ ਨਹੀਂ ਲੱਗਦਾ। ਡਰ ਲੱਗਦਾ ਹੈ ਤੇ ਸਿਰਫ ਇਸ ਗੱਲ ਦਾ ਕਿ ਕਿਤੇ ਰੱਬ ਨਾਲ ਜਿਹੜੀ ਗੂੜੀ ਪ੍ਰੀਤ ਹੈ ਉਹ ਨਾ ਟੁੱਟ ਜਾਏ, ਉਹਦੇ ਵਿੱਚ ਕੋਈ ਫਿੱਕ ਨਾ ਪਵੇ, ਇਸ ਗੱਲ ਦਾ ਡਰ ਹੈ। ਧਨ ਜੋਬਨ ਤੇਰਾ ਨਾਮ। ਗੁਰੂ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਤੇਰੇ ਨਾਮ ਨੂੰ ਹੀ ਅਸੀਂ ਆਪਣਾ ਧਨ ਸਮਝਦੇ ਹਾਂ, ਨਾਮ ਨੂੰ ਹੀ ਆਪਣਾ ਜੋਬਨ ਸਮਝਦੇ ਹਾਂ। ਇਹ 4 ਦਿਨਾਂ ਦੀ ਜੋਬਨ ਜਵਾਨੀ ਚਲੀ ਜਾਏ ਸਾਨੂੰ ਕੋਈ ਡਰ ਨਹੀਂ, ਪਰ ਨਾਮ ਦੀ ਪ੍ਰੀਤ ਫਿੱਕੀ ਨਾ ਪਵੇ। ਬਾਬਾ ਹੋਰ ਪੈਨਣ ਖੁਸ਼ੀ ਖੁਆਰ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਹੇ ਪਿਤਾ ਜੀ ਜਿਹੜਾ ਹੋਰਨਾਂ ਬਸਤਰਾਂ ਦੇ ਪਹਿਨਣ ਦੀ ਖੁਸ਼ੀ ਹੈ ਇਹ ਜੀਵ ਨੂੰ ਖੁਆਰ ਕਰਦੀ ਹੈ। ਭਾਵ ਬੰਦਾ ਪਹਿਨ ਤਾਂ ਲੈਂਦਾ ਹੈ
ਪਰ ਆਖਰਕਾਰ ਇਹਨਾਂ ਵਸਤਰਾਂ ਨੂੰ ਪਾ ਕੇ ਦੁਖੀ ਹੁੰਦਾ ਹੈ। ਜਿਤ ਪੈਦਾ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ। ਕਿਉਂਕਿ ਇਹਨਾਂ ਵਸਤਰਾਂ ਨੂੰ ਪਹਿਨਣ ਨਾਲ ਸਰੀਰ ਵਿੱਚ ਪੀੜਾ ਭਾਵ ਦਰਦ ਪੈਦਾ ਹੁੰਦੀ ਹੈ ਤੇ ਮਨ ਮਹਿ ਚੱਲਹਿ ਵਿਕਾਰ। ਮਨ ਦੇ ਵਿੱਚ ਵਿਕਾਰ ਵਾਸ਼ਨਾਵਾਂ ਭਾਵ ਮਨ ਭਟਕ ਜਾਂਦਾ ਹੈ। ਵਿਦਵਾਨਾਂ ਦਾ ਕਥਨ ਹੈ ਕਿ ਬੰਦੇ ਦੇ ਸਰੀਰ ਦੇ ਵਸਤਰ ਤੇ ਵਸਤਰਾਂ ਦਾ ਰੰਗ ਸਾਡੇ ਮਨ ਦੇ ਉੱਪਰ ਬੜਾ ਅਸਰ ਪਾਉਂਦਾ। ਰੰਗਾਂ ਦਾ ਤੇ ਵਸਤਰ ਦੀ ਬਣਾਵਟ ਦਾ ਮਨ ਦੇ ਉੱਪਰ ਬੜਾ ਅਸਰ ਹੈ। ਤਾਂ ਕਰਕੇ ਜਿਹੜੇ ਪੁਰਾਤਨ ਵਸਤਰ ਨੇ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਉਹ ਮਨ ਨੂੰ ਬੜਾ ਕਾਬੂ ਰੱਖਦੇ ਨੇ। ਪਰ ਜਿਹੜੇ ਆਧੁਨਿਕ ਵਸਤਰ ਨੇ, ਉਹਨਾਂ ਵਸਤਰਾਂ ਦੇ ਨਾਲ ਮਨ ਭਟਕ ਜਾਂਦਾ ਹੈ, ਮਨ ਵਿਚਲਿਤ ਹੋ ਜਾਂਦਾ ਹੈ। ਤਾਂ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬੰਦੇ ਦਾ ਜਿਹੜਾ ਕਰੈਕਟਰ ਹੈ, ਕਿਰਦਾਰ ਹੈ, ਇਹ ਕੱਪੜਿਆਂ ਤੇ ਕੱਪੜਿਆਂ ਦੀ ਬਣਾਵਟ ਤੇ ਕੱਪੜਿਆਂ ਦੇ ਰੰਗਾਂ ਤੇ ਬੜਾ ਨਿਰਭਰ ਕਰਦਾ ਹੈ। ਚਮਕੀਲੇ ਭਟਕੀਲੇ ਵਸਤਰ ਪਾਉਣ ਦੇ ਨਾਲ ਕਾਮ ਵਾਸ਼ਨਾ ਦਾ ਜ਼ੋਰ ਪੈਂਦਾ ਹੈ ਤੇ ਸਾਦੇ ਵਸਤਰਾਂ ਦੇ ਵਿੱਚ ਰਾਮ ਚੇਤੇ ਆਉਂਦਾ ਹੈ। ਇਸ ਕਰਕੇ ਹੀ ਮਹਾਰਾਜ ਨੇ ਸਾਨੂੰ ਇਹ ਉਪਦੇਸ਼ ਬਖਸ਼ਿਆ ਕਿ ਵਾਊ ਸੰਦੇ ਕੱਪੜੇ ਪਹਿਰਹਿ ਗਰਭ ਗਵਾਰ, ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਛਾਰ। ਵਾਊ ਸੰਦੇ, ਵਾਊ ਮਤਲਬ ਵਿਅਰਥ, ਫਜ਼ੂਲ, ਫਾਲਤੂ ਕੱਪੜੇ ਜਿਹੜੇ ਸਿਰਫ ਫੋਕੀ ਸਜਾਵਟ ਬਣਾਉਣ ਵਾਸਤੇ ਪਾਏ ਜਾਂਦੇ ਨੇ। ਪਹਿਰਹਿ ਗਰਭ ਗਵਾਰ, ਹੰਕਾਰੀ ਤੇ ਮੂਰਖ ਲੋਕ ਉਹਨਾਂ ਕੱਪੜਿਆਂ ਨੂੰ ਪਹਿਨਦੇ ਹਨ। ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਛਾਰ। ਭਾਵੇਂ ਇਹ ਵਸਤਰ ਤੈਨੂੰ ਬੜੇ ਪਿਆਰੇ ਲੱਗਦੇ ਨੇ, ਇਹਨਾਂ ਵਸਤਰਾਂ ਨੂੰ ਪਾਉਣ ਦਾ ਤੇਰੇ ਅੰਦਰ ਬੜਾ ਚਾਅ ਹੈ, ਪਰ ਮਹਾਰਾਜ ਕਹਿੰਦੇ ਜਿਸ ਸਰੀਰ ਦੇ ਉੱਪਰ ਪਾਉਂਦਾ ਹੈ, ਇਹ ਸਰੀਰ ਵੀ ਸਵਾਹ ਹੋ ਜਾਏਗਾ ਤੇ ਜਿਹੜੇ ਇਹ ਵਸਤਰ ਨੇ ਰੰਗਾਂ ਰੰਗਾਂ ਦੇ, ਵੱਖ-ਵੱਖ ਤਰ੍ਹਾਂ ਦੇ, ਇਹ ਵਸਤਰ ਵੀ ਇੱਕ ਦਿਨ ਸਵਾਹ ਹੋ ਜਾਣਗੇ। ਦੇਖੋ, ਵਸਤਰ ਦੀ, ਕੱਪੜੇ ਦੀ ਜ਼ਰੂਰਤ ਹੈ ਸਰੀਰ ਨੂੰ ਢੱਕਣ ਵਾਸਤੇ, ਪਰ ਜਦੋਂ ਬੰਦਾ ਸਰੀਰ ਦੀ ਸਜਾਵਟ ਵਾਸਤੇ ਵਸਤਰ ਪਾਉਂਦਾ ਹੈ, ਮਹਾਰਾਜ ਕਹਿੰਦੇ ਫਿਰ ਮਨ ਭਟਕ ਜਾਂਦਾ ਹੈ। ਸਰੀਰ ਨੂੰ ਕੱਜਣ ਵਾਸਤੇ, ਨੰਗੇਜ ਨੂੰ ਕੱਜਣ ਵਾਸਤੇ ਵਸਤਰ ਦੀ ਲੋੜ ਹੈ। ਤਾਂ ਕਰਕੇ ਭਾਈ ਸੱਚੇ ਪਾਤਸ਼ਾਹ ਕਹਿੰਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੈ ਤਨ ਪੀੜੀਐ। ਸਰੀਰ ਦੇ ਵਿੱਚ ਪੀੜਾ ਭਾਵ ਦਰਦ ਪੈਦਾ ਹੋਵੇ, ਭਾਵ ਰੋਗ ਲੱਗ ਜਾਣ, ਮਨ ਮਹਿ ਚੱਲੇ ਵਿਕਾਰ, ਮਨ ਦੇ ਵਿੱਚ ਵਿਕਾਰ ਵਾਸ਼ਨਾਵਾਂ ਪੈਦਾ ਹੋਣ। ਰਹਾਉ ਘੋੜੇ ਪਾਖਰ ਸੋਇਨੇ ਸਾਖਤ